नमस्कार दोस्तों, स्वागत है ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੇਬਲ ਵਿਦ ਐਸਕੇ ਦੇ ਨਾਲ। ਐਸਕੇ ਦੇ ਵਿੱਚ ਮੈਂ ਸੁਰੇਸ਼ ਕੁਮਾਰ ਤੁਹਾਡਾ ਸਵਾਗਤ ਕਰਦਾ ਜੀ। ਅੱਜ ਦੀ ਆਪਣੀ ਮੋਸਟ ਇੰਪੋਰਟੈਂਟ ਕੁਐਸਚਨ ਦੀ ਸੀਰੀਜ਼ ਦੇ ਵਿੱਚ ਸਟਾਰਟ ਕਰਦੇ ਹਾਂ ਅੱਜ ਦੀ ਸੀਰੀਜ਼। ਪਹਿਲਾ ਕੁਐਸਚਨ ਹੈਗਾ ਜੀ ਆਪਣਾ, ਸੰਸਾਰ ਦੀ ਕਿੰਨੀ ਮੁਦਰਾ ਦੇ ਚਿੰਨ੍ਹ ਬਣਾਏ ਹੋਏ ਨੇ। ਸੰਸਾਰ ਦੀਆਂ ਕਿੰਨੀਆਂ ਇਹੋ ਜਿਹੀਆਂ ਮੁਦਰਾ ਨੇ ਜਿਨ੍ਹਾਂ ਨੇ ਆਪਣੇ ਚਿੰਨ੍ਹ ਬਣਾਏ ਹੋਏ ਨੇ। ਤਾਂ ਆਪਣਾ ਜਿਹੜਾ ਆਨਸਰ ਹੋਏਗਾ आंसर होएगा 5। पंज ਇਹੋ ਜਿਹੇ देश ने, पंज ਇਹੋ ਜਿਹੀਆਂ ਮੁਦਰਾਵਾਂ ਨੇ ਦੇਸ਼ਾਂ ਦੀਆਂ ਜਿਨ੍ਹਾਂ ਦੇ ਚਿੰਨ੍ਹ ਬਣਾਏ ਹੋਏ ਨੇ, ਜਿਵੇਂ ਕਿ ਅਮਰੀਕਾ, ਇਸ ਤੋਂ ਇਲਾਵਾ ਬ੍ਰਿਟਿਸ਼, ਜਾਪਾਨ, ਯਾਨੀ ਕਿ ਅਮਰੀਕਾ ਦੇ ਵਿੱਚ ਕੀ ਨੇ ਜੀ, ਡਾਲਰ ਚੱਲਦਾ ਹੈ। ਬ੍ਰਿਟਿਸ਼ ਦੇ ਵਿੱਚ ਕੀ ਚੱਲਦਾ ਹੈ, ਪਾਉਂਡ। ਜਾਪਾਨ 'ਚ ਕੀ ਚੱਲਦਾ ਹੈ, ਯੈਨ। ਇਸ ਤੋਂ ਇਲਾਵਾ ਜਿਹੜੇ ਯੂਰਪੀ ਕੰਟਰੀਜ਼ ਹੈਗੇ ਉਹਨਾਂ 'ਚ ਕੀ ਚੱਲਦਾ ਹੈ, ਯੂਰੋ। ਅਤੇ ਉਸ ਤੋਂ ਇਲਾਵਾ ਭਾਰਤ ਦੇ ਵਿੱਚ ਕੀ ਚੱਲਦਾ ਜੀ, ਰੁਪਈਆ। ਤਾਂ ਇਹਨਾਂ ਦੇ ਸਾਰਿਆਂ ਦੇ ਚਿੰਨ੍ਹ ਹੈਗੇ, ਜਿਵੇਂ ਡਾਲਰ ਨੂੰ ਆਪਾਂ ਲਿਖਦੇ ਹਾਂ ਇੱਦਾਂ ਚਿੰਨ੍ਹ ਬਣਾਇਆ ਜਾਂਦਾ ਡਾਲਰ ਦਾ, ਠੀਕ ਹੈ। ਪਾਉਂਡ, ਯੈਨ, ਯੂਰੋ, ਰੁਪਈਆ। ਰੁਪਈਏ ਦਾ ਆਪਣਾ ਕੀ ਸਾਈਨ ਹੈ ਜੀ, ਇੱਦਾਂ ਬਣਾਇਆ ਜਾਂਦਾ। ਤਾਂ ਇਹ ਜਿਹੜੇ ਸਾਈਨ ਨੇ ਇਹ ਸੰਸਾਰ ਦੀਆਂ ਕਿੰਨੀਆਂ ਮੁਦਰਾਵਾਂ ਦੇ ਬਣੇ ਹੋਏ ਨੇ। ਤਾਂ ਸੰਸਾਰ ਦੇ ਵਿੱਚ ਸਿਰਫ 5 ਮੁਦਰਾਵਾਂ ਦੇ ਹੀ ਸਾਈਨ ਹੈਗੇ, ਬਾਕੀਆਂ ਦੇ ਆਪਣੇ ਕੋਈ ਸਾਈਨ ਬਣਾਏ ਨਹੀਂ ਹੋਏ। ਤਾਂ ਜਿਹੜਾ ਰੁਪਈਆ ਸਾਈਨ ਹੈ ਉਹ ਭਾਰਤ ਦਾ ਹੈਗਾ, ਠੀਕ ਹੈ। ਤਾਂ ਰੁਪਈਆ ਸਾਈਨ ਕਿੰਨੇ ਦਿੱਤਾ ਸੀਗਾ ਜੀ, ਆ ਜਿਹੜਾ ਰੁਪਈਏ ਦਾ ਸਾਈਨ ਹੈ ਇਹ ਦਿੱਤਾ ਗਿਆ ਸੀਗਾ ਡੀ ਉਦੈ ਕੁਮਾਰ ਦੁਆਰਾ। ਡੀ ਉਦੈ ਕੁਮਾਰ ਨੇ ਜਿਹੜਾ ਇਹ ਚਿੰਨ੍ਹ ਦਿੱਤਾ ਸੀਗਾ। ਕਦੋਂ ਦਿੱਤਾ ਸੀਗਾ, ਇਸ ਨੂੰ 15 ਜੁਲਾਈ 2010 ਦੇ ਵਿੱਚ ਜਿਹੜਾ ਉਹ ਭਾਰਤ ਦੁਆਰਾ ਅਪਣਾਇਆ ਗਿਆ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ ਆਪਣਾ, ਬੈਂਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਬੈਂਕ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਆਪਣਾ ਉੱਤਰ ਕੀ ਹੋਏਗਾ ਜੀ, ਇਹ ਇਟਾਲੀਅਨ ਇੱਕ ਸ਼ਬਦ ਹੈਗਾ। ਇਟਾਲੀਅਨ ਭਾਸ਼ਾ ਤੋਂ ਜਿਹੜਾ ਲਿਆ ਗਿਆ ਬੈਂਕ ਸ਼ਬਦ। ਬੈਂਕ ਸ਼ਬਦ ਦਾ ਇਟਾਲੀਅਨ ਇੱਕ ਸ਼ਬਦ ਹੈ ਬੈਂਕੋ। ਬੈਂਕੋ ਸ਼ਬਦ ਹੈ ਇਟਾਲੀਅਨ, ਉਸ ਤੋਂ ਲਿਆ ਗਿਆ ਹੈ ਬੈਂਕ ਸ਼ਬਦ। ਬੈਂਕੋ ਦਾ ਅਰਥ ਹੁੰਦਾ ਹੈ ਕਿ ਬੈਂਚਾਂ ਦੇ ਉੱਪਰ ਬੈਠ ਕੇ ਪੈਸੇ ਦਾ ਆਦਾਨ ਪ੍ਰਦਾਨ ਕਰਨਾ, ਮੁਦਰਾ ਦਾ ਆਦਾਨ ਪ੍ਰਦਾਨ ਕਰਨਾ। ਜੋ ਕਿ ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ ਕਿ ਬੈਂਕ ਨਹੀਂ ਹੁੰਦੇ ਸੀ, ਲੇਕਿਨ ਲੋਕ ਕੁਰਸੀਆਂ ਤੇ ਬੈਠ ਕੇ ਬੈਂਚਾਂ ਦੇ ਉੱਪਰ ਪੈਸੇ ਦਾ ਆਦਾਨ ਪ੍ਰਦਾਨ ਕਰਦੇ ਸੀਗੇ। ਤਾਂ ਉਦੋਂ ਉਹ ਸ਼ਬਦ ਯੂਜ਼ ਕੀਤਾ ਸੀ ਬੈਂਕੋ। ਬੈਂਕੋ ਤੋਂ ਫਿਰ ਬੈਂਕ ਜਿਹੜਾ ਹੈ ਇਹ ਨਾਮ ਪ੍ਰਚਲਿਤ ਹੋਇਆ, ਠੀਕ ਹੈ ਜੀ। ਸੰਸਾਰ ਦਾ ਵਰਲਡ ਦਾ ਕਹਿ ਦੋ ਸਭ ਤੋਂ ਪੁਰਾਣਾ ਬੈਂਕ ਕਿਹੜਾ ਹੈ। ਤਾਂ ਸੰਸਾਰ ਦਾ ਸਭ ਤੋਂ ਪੁਰਾਣਾ ਬੈਂਕ ਜਿਹੜਾ ਹੈ ਉਹ ਹੈਗਾ ਜੀ ਬੈਂਕ ਆਫ ਵੈਨਿਸ। ਬੈਂਕ ਆਫ ਵੈਨਿਸ ਜਿਹੜਾ ਇਹ ਵਰਲਡ ਦਾ ਸਭ ਤੋਂ ਪੁਰਾਣਾ ਬੈਂਕ ਹੈ, ਜਿਹੜਾ ਕਿ 1157 ਦੇ ਵਿੱਚ ਇਟਲੀ ਦੇ ਵਿੱਚ ਖੋਲ੍ਹਿਆ ਗਿਆ। 1157 ਇਟਲੀ 'ਚ ਖੋਲ੍ਹਿਆ ਬੈਂਕ ਆਫ ਵੈਨਿਸ। ਨੈਕਸਟ ਕੁਐਸਚਨ ਹੈ ਜੀ, ਭਾਰਤ 'ਚ ਪੰਚਾਇਤੀ ਰਾਜ ਵਿਵਸਥਾ ਦੀ ਸਥਾਪਨਾ ਕਿਹੜੀ 5 ਸਾਲਾ ਯੋਜਨਾ ਦੌਰਾਨ ਹੋਈ। 5 ਸਾਲਾ ਯੋਜਨਾ ਆਪਾਂ ਨੇ ਪੜ੍ਹੀਆਂ ਨਹੀਂ ਸਭ ਨੇ, ਉਹਨਾਂ ਦੇ ਵਿੱਚੋਂ ਕਿਹੜੀ 5 ਸਾਲਾ ਯੋਜਨਾ ਦੇ ਤਹਿਤ ਜਿਹੜਾ ਹੈ ਪੰਚਾਇਤੀ ਰਾਜ ਵਿਵਸਥਾ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ। ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਜੀ, ਆਪਣਾ ਰਾਈਟ ਆਨਸਰ ਹੋਏਗਾ ਪਹਿਲੀ ਜਿਹੜੀ 5 ਸਾਲਾ ਯੋਜਨਾ ਹੋਈ, ਪਹਿਲੀ 5 ਸਾਲਾ ਯੋਜਨਾ। ਇਹਦੇ ਤਹਿਤ ਜਿਹੜਾ ਹੈ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ, ਠੀਕ ਹੈ ਜੀ। ਇਸ ਤੋਂ ਇਲਾਵਾ KC ਨਿਯੋਗੀ ਕਮੇਟੀ ਬਣਾਈ ਗਈ ਸੀ ਇੱਕ। ਉਹਨਾਂ ਦੇ ਸੁਝਾਅ ਦੇ ਆਧਾਰ ਤੇ ਜਿਹੜਾ ਹੈ ਭਾਰਤ ਦੇ ਵਿੱਚ ਯੋਜਨਾ ਆਯੋਗ ਦਾ ਗਠਨ ਹੋਇਆ। ਯੋਜਨਾ ਆਯੋਗ, ਇਸ ਕਮੇਟੀ ਦੇ ਰਿਕਮੈਂਡੇਸ਼ਨ ਤੇ ਜਿਹੜਾ ਹੈ ਉਹ ਯੋਜਨਾ ਆਯੋਗ ਦਾ ਗਠਨ ਕੀਤਾ ਗਿਆ, ਠੀਕ ਹੈ। ਚੌਥੀ ਜਿਹੜੀ 5 ਸਾਲਾ ਯੋਜਨਾ ਸੀਗੀ ਉਸ ਸਮੇਂ 14 ਜਿਹੜੇ ਬੈਂਕ ਸੀਗੇ ਉਹਨਾਂ ਦਾ ਰਾਸ਼ਟਰੀਕਰਨ ਕੀਤਾ ਗਿਆ। ਚੌਥੀ ਜਿਹੜੀ 5 ਸਾਲਾ ਯੋਜਨਾ ਸੀਗੀ ਉਹਦੇ ਤਹਿਤ 14 ਬੈਂਕ ਜਿਹੜੇ ਸੀਗੇ ਉਹ ਨੈਸ਼ਨਲਾਈਜ਼ ਕੀਤੇ ਗਏ, ਰਾਸ਼ਟਰੀਕਰਨ ਉਹਨਾਂ ਦਾ ਕੀਤਾ ਗਿਆ, ਠੀਕ ਹੈ ਜੀ। ਨੈਕਸਟ ਹੈ 5 ਸਾਲਾ ਯੋਜਨਾ ਬਾਰੇ ਆਪਾਂ ਥੋੜਾ ਜਿਹਾ ਹੋਰ ਪੜ੍ਹ ਲੈਂਦੇ ਹਾਂ ਕਿ ਕੁਝ ਯੋਜਨਾਵਾਂ ਨੇ ਉਹਨਾਂ ਦੇ ਤਹਿਤ ਕੀ ਕੰਮ ਕੀਤੇ ਗਏ ਜਾਂ ਉਹਨਾਂ ਦੇ ਟਾਰਗੇਟ ਕੀ ਰੱਖੇ ਗਏ ਸੀਗੇ, ਉਹਨਾਂ ਨੂੰ ਮੈਚ ਕਰਨਾ ਆਪਾਂ ਨੇ। ਜਿਵੇਂ ਫਸਟ ਹੈ 9ਵੀਂ 5 ਸਾਲਾ ਯੋਜਨਾ। 9ਵੀਂ 5 ਸਾਲਾ ਯੋਜਨਾ ਦਾ ਟਾਰਗੇਟ ਕੀ ਰੱਖਿਆ ਗਿਆ ਸੀਗਾ, ਉਹ ਸੀਗਾ ਕਿ ਸਮਾਜਿਕ ਅਤੇ ਸਮਾਨਤਾ ਦੇ ਆਧਾਰ ਤੇ ਆਰਥਿਕ ਵਿਕਾਸ ਕਰਨਾ। ਭਾਰਤ ਦਾ ਸਮਾਜਿਕ ਅਤੇ ਸਮਾਨਤਾ ਦੇ ਆਧਾਰ ਤੇ ਆਰਥਿਕ ਵਿਕਾਸ ਕਰਨਾ।
ਇਹ ਉਹਨਾਂ ਨੇ ਮੋਟਿਵ ਰੱਖਿਆ ਸੀਗਾ 9ਵੀਂ 5 ਸਾਲਾ ਯੋਜਨਾ ਦਾ। ਇਸ ਤੋਂ ਬਾਅਦ ਜੀ ਅੱਗੇ 6ਵੀਂ 5 ਸਾਲਾ ਯੋਜਨਾ, ਜਿਹੜੀ 6ਵੀਂ 5 ਸਾਲਾ ਯੋਜਨਾ ਹੈ ਉਸ ਦਾ ਮੋਟਿਵ ਰੱਖਿਆ ਗਿਆ ਸੀਗਾ ਵਾਤਾਵਰਣ ਸੁਧਾਰ, ਵਾਤਾਵਰਣ ਸੁਧਾਰ। 5ਵੀਂ 5 ਸਾਲਾ ਯੋਜਨਾ, ਜਿਹੜੀ 5ਵੀਂ 5 ਸਾਲਾ ਯੋਜਨਾ ਸੀਗੀ ਉਹਦਾ ਮੋਟਿਵ ਰੱਖਿਆ ਗਿਆ ਸੀਗਾ ਕਿ ਰੱਖਿਆ ਖੇਤਰ 'ਚ ਆਤਮ ਨਿਰਭਰ ਹੋਣਾ, ਰੱਖਿਆ ਦੇ ਖੇਤਰ ਦੇ ਵਿੱਚ, डिफेंस के खेत्र च आत्मनिर्भर होना, ठीक है जी। ਅਤੇ ਤੀਜੀ 5 ਸਾਲਾ योजना, ਤੀਜੀ 5 ਸਾਲਾ योजना ਦਾ ਜਿਹੜਾ ਮੋਟਿਵ ਰੱਖਿਆ ਗਿਆ ਸੀਗਾ ਉਹ ਸੀਗਾ ਆਵਾਜਾਈ ਅਤੇ ਸੰਚਾਰ ਤੇ ਸਭ ਤੋਂ ਵੱਧ ਖਰਚ ਕਰਨਾ। ਸਭ ਤੋਂ ਵੱਧ ਖਰਚ ਕਿੱਥੇ ਕਰਨਾ? ਆਵਾਜਾਈ ਅਤੇ ਸੰਚਾਰ ਦੇ ਉੱਪਰ। ਤਾਂ ਇਹ ਜਿਹੜੀਆਂ ਇਹ ਨੌਵੇਂ 5 ਸਾਲਾ योजनाਵਾਂ ਨੇ, ਇਹ ਸਾਰਿਆਂ ਤੁਸੀਂ ਬਿਲਕੁਲ ਧਿਆਨ ਰੱਖਣਾ। ਐਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਇਹਨਾਂ ਦੇ ਵਿੱਚੋਂ ਕਿ 5 ਸਾਲਾ योजना ਜਿਹੜੀ ਹੈ ਉਹਦੇ ਵਿੱਚ ਕੀ ਟਾਰਗੇਟ ਰੱਖਿਆ ਗਿਆ ਸੀਗਾ, 6ਵੀਂ 5 ਸਾਲਾ योजना ਚ ਕੀ ਟਾਰਗੇਟ ਰੱਖਿਆ ਗਿਆ। ਇਹ ਬਹੁਤ ਵਾਰੀ ਕੁਐਸਚਨ ਪੁੱਛੇ ਜਾ ਚੁੱਕੇ ਨੇ ਐਗਜ਼ਾਮਸ ਦੇ ਵਿੱਚ, ਇਸ ਲਈ ਇਹਨੂੰ ਤੁਸੀਂ ਥੋੜਾ ਜਿਹਾ ਪ੍ਰਾਇੋਰਟੀ ਦੇ ਤੌਰ ਤੇ ਯਾਦ ਰੱਖਣਾ ਇਹਨਾਂ ਨੂੰ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ ਆਪਣਾ। ਇਸ ਤੋਂ ਇਲਾਵਾ ਮੈਂ ਥੋੜਾ ਜਿਹਾ ਹੋਰ ਡਿਟੇਲ ਦੱਸ ਦਿਆਂ ਤੁਹਾਨੂੰ। ਜਿਹੜੀ ਤੀਜੀ 5 ਸਾਲਾ योजना ਸੀਗੀ, ਇਹ ਤੀਜੀ 5 ਸਾਲਾ योजना ਚ ਜਿਹੜਾ ਹੈ ਉਹ ਇਨਪੁਟ ਆਊਟਪੁੱਟ ਜਿਹੜਾ ਹੈ ਇਸ ਮਾਡਲ ਦਾ ਜਿਹੜਾ ਪ੍ਰਯੋਗ ਕੀਤਾ ਗਿਆ, ठीक है। इनपुट आउटपुट मॉडल का प्रयोग किया गया। ਜਿਹੜੀ ਦੂਜੀ 5 ਸਾਲਾ योजना ਸੀਗੀ, ਜਿਹੜੀ ਸੈਕੰਡ ਦੂਜੀ 5 ਸਾਲਾ योजना ਸੀਗੀ, ਉਹਦੇ ਤਹਿਤ ਜਿਹੜਾ ਹੈ ਉਹ ਪਿਲਾਈ, ਰੂਸ ਦੀ ਮਦਦ ਨਾਲ ਪਿਲਾਈ ਜਿਹੜਾ ਇਸਪਾਤ ਦਾ ਕੇਂਦਰ ਸੀਗਾ, ਪਿਲਾਈ ਇਸਪਾਤ ਕੇਂਦਰ ਉਹ ਖੋਲਿਆ ਗਿਆ। ਕਿਹਦੀ ਮਦਦ ਨਾਲ ਖੋਲਿਆ ਗਿਆ ਜੀ? ਰੂਸ ਦੀ ਮਦਦ ਨਾਲ ਖੋਲਿਆ ਗਿਆ। ਉਸ ਤੋਂ ਇਲਾਵਾ ਪਿਲਾਈ ਤੋਂ ਇਲਾਵਾ ਜਿਹੜਾ ਹੈ ਰਾਉਰਕੇਲਾ ਜਿਹੜਾ ਕਿ ਜਰਮਨੀ ਦੀ ਮਦਦ ਨਾਲ ਖੋਲਿਆ ਗਿਆ। ਇਸ ਤੋਂ ਇਲਾਵਾ ਜਿਹੜਾ ਹੈ ਦੁਰਗਾਪੁਰ ਜਿਹੜਾ ਹੈ ਉਹ ਇੰਗਲੈਂਡ ਦੀ ਮਦਦ ਨਾਲ ਖੋਲਿਆ ਗਿਆ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਇਸਪਾਤ ਕੇ ਅੰਦਰ ਭਿਲਾਈ, ਰਾਉਰਕੇਲਾ ਅਤੇ ਦੁਰਗਾਪੁਰ ਜਿਹੜੇ ਨੇ ਇਹ ਸੈਕੰਡ ਦੂਜੀ 5 ਸਾਲਾ योजना ਤਹਿਤ ਜਿਹੜਾ ਹੈ ਇਹ ਖੋਲੇ ਗਏ। ਕਿਹਨਾਂ ਦੀ ਹੈਲਪ ਨਾਲ ਖੋਲੇ ਗਏ? ਭਿਲਾਈ ਜਿਹੜਾ ਸੀ ਰੂਸ ਦੀ ਹੈਲਪ ਨਾਲ, ਰਾਉਰਕੇਲਾ ਜਿਹੜਾ ਜਰਮਨੀ ਦੀ ਹੈਲਪ ਨਾਲ, ਦੁਰਗਾਪੁਰ ਜਿਹੜਾ ਇੰਗਲੈਂਡ ਦੀ ਹੈਲਪ ਨਾਲ ਜਿਹੜਾ ਉਹ ਖੋਲਿਆ ਗਿਆ, ਠੀਕ ਹੈ। ਤਾਂ ਇਹ ਵੀ ਕੁਐਸਚਨ ਜਿਹੜੇ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਅਗਰ ਤੁਸੀਂ ਚੱਕ ਕੇ ਦੇਖੋਗੇ ਤੁਹਾਨੂੰ ਮਿਲਣਗੇ, ਪੁਰਾਣੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਕਿ ਜਿਵੇਂ ਭਿਲਾਈ ਦਾ ਜਿਹੜਾ ਇਹ ਕਿਸ ਦੀ ਹੈਲਪ ਦੇ ਨਾਲ ਜਿਹੜਾ ਖੋਲਿਆ ਗਿਆ, ਜਾਂ ਫਿਰ ਰਾਉਰਕੇਲਾ ਜਿਹੜਾ ਇਸਪਾਤ ਉਦਯੋਗ ਹੈ ਖੋਲਿਆ ਗਿਆ ਕਿਸ ਦੀ ਹੈਲਪ ਦੇ ਨਾਲ ਖੋਲਿਆ ਗਿਆ। ਤਾਂ ਤੁਸੀਂ ਇਹਨਾਂ ਨੂੰ ਬਿਲਕੁਲ ਯਾਦ ਰੱਖਣਾ ਜੀ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ 6ਵੀਂ 5 ਸਾਲਾ योजना ਸੀਗੀ, ਜਿਹਦੇ 'ਚ ਟਾਰਗੇਟ ਸੀਗਾ ਵਾਤਾਵਰਣ ਸੁਧਾਰ, 6ਵੀਂ 5 ਸਾਲਾ योजना ਦੌਰਾਨ ਨਾਬਾਰਡ ਦੀ ਸਥਾਪਨਾ ਕੀਤੀ ਗਈ। 6ਵੀਂ 5 ਸਾਲਾ योजना ਜਿਹੜੀ ਸੀਗੀ ਇਹਦੇ 'ਚ ਨਾਬਾਰਡ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ ਅਤੇ 6 ਬੈਂਕਾਂ ਦਾ ਜਿਹੜਾ ਉਹ ਰਾਸ਼ਟਰੀਕਰਨ ਕੀਤਾ ਗਿਆ। ਕਿੰਨੇ ਬੈਂਕਾਂ ਦਾ? 6 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ 6ਵੀਂ योजना ਤਹਿਤ, ਠੀਕ ਹੈ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ ਆਪਣਾ, ਰਾਜ ਸਰਕਾਰ ਦਾ ਮੁੱਖ ਸਪੀਕਰ ਕੌਣ ਹੁੰਦਾ ਹੈ? ਰਾਜ ਸਰਕਾਰ ਦਾ ਮੁੱਖ ਸਪੀਕਰ ਕੌਣ ਹੁੰਦਾ ਹੈ? ਤਾਂ ਆਨਸਰ ਕੀ ਹੋਏਗਾ ਜੀ ਆਪਣਾ? ਮੁੱਖ ਮੰਤਰੀ। ਰਾਜ ਸਰਕਾਰ ਦੀ ਗੱਲ ਕਰ ਰਹੇ ਹਾਂ ਆਪਾਂ। ਰਾਜ ਸਰਕਾਰ 'ਚ ਕੌਣ ਸਪੀਕਰ ਹੁੰਦਾ ਹੈ? ਮੁੱਖ ਸਪੀਕਰ ਹੁੰਦਾ ਹੈ ਮੁੱਖ ਮੰਤਰੀ, ਠੀਕ ਹੈ ਜੀ। ਰਾਜ ਦੀਆਂ ਸਾਰੀਆਂ ਸੇਵਾਵਾਂ ਦਾ ਜਿਹੜਾ ਮੁਖੀ ਹੁੰਦਾ ਹੈ, ਸਾਰੀ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ ਉਹਨਾਂ ਦਾ ਮੁਖੀ, ਰਾਜ ਦਾ ਮੁਖੀਆ। ਸੰਕਟ ਕਾਲ, ਜਦੋਂ ਸੰਕਟ ਕਾਲ ਆਉਂਦਾ ਹੈ ਉਸ ਦੇ ਦੌਰਾਨ ਜਿਹੜੀਆਂ ਰਾਜਨੀਤਿਕ ਪੱਧਰ ਤੇ ਜਿਹੜੀਆਂ ਮੁੱਖ ਪ੍ਰਬੰਧਕ ਹੁੰਦਾ ਹੈ, ਜਾਂ ਫਿਰ ਲਾ ਲਓ ਕਿ ਰਾਜ ਯੋਜਨਾ ਬੋਰਡ ਦਾ ਅਧਿਕਸ਼ ਜਿਹੜਾ ਹੁੰਦਾ, ਇਹ ਸਾਰੇ ਅਹੁਦੇ ਜਿਹੜੇ ਨੇ ਉਹ ਕਿਹਦੇ ਕੋਲ ਹੁੰਦੇ ਨੇ? ਮੁੱਖ ਮੰਤਰੀ ਕੋਲ ਹੁੰਦੇ ਨੇ, ਠੀਕ ਹੈ। ਇੱਕ ਦੂਜੀ ਗੱਲ ਕਿ ਅਗਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਆਪਣੇ ਤਿੰਨਾਂ ਸੈਨਾਵਾਂ ਦਾ ਜਿਹੜਾ ਹੈੱਡ ਹੁੰਦਾ ਹੈ ਉਹ ਹੁੰਦਾ ਹੈ ਰਾਸ਼ਟਰਪਤੀ ਜੀ, ਠੀਕ ਹੈ। ਲੇਕਿਨ ਅਗਰ ਆਪਾਂ ਸਟੇਟ ਲੈਵਲ ਦੀ ਗੱਲ ਕਰੀਏ, ਰਾਜ ਸਰਕਾਰ ਦੀ ਗੱਲ ਕਰੀਏ, ਤਾਂ ਜਿਹੜੀਆਂ ਇਹਨਾਂ ਸੈਨਾਵਾਂ ਦਾ ਹੈੱਡ ਕੌਣ ਹੁੰਦਾ? ਉਹ ਮੁੱਖ ਮੰਤਰੀ ਹੁੰਦਾ ਹੈ, ਠੀਕ ਹੈ। ਇੰਪੋਰਟੈਂਟ ਹੈ, ਨੋਟ ਰੱਖਿਓ ਜੀ। ਨੈਕਸਟ ਕੁਐਸਚਨ ਹੈ ਜੀ ਆਪਣਾ, ਨੀਤੀ ਨਿਰਦੇਸ਼ਕ ਸਿਧਾਂਤਾਂ ਕੋਲ ਕਿੰਨੇ ਅਨੁਛੇਦ ਹਨ? ਨੀਤੀ ਨਿਰਦੇਸ਼ਕ ਸਿਧਾਂਤਾਂ ਕੋਲ ਕਿੰਨੇ ਅਨੁਛੇਦ ਹਨ? ਆਪਣਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਹੋਏਗਾ ਜੀ? ਆਨਸਰ ਹੋਏਗਾ ਆਪਣਾ 16। ਸੰਵਿਧਾਨ ਦੇ ਅਨੁਛੇਦ 36 ਤੋਂ ਲੈ ਕੇ 51 ਤੱਕ ਜਿਹੜਾ ਹੈ
ਉਹ ਨੀਤੀ ਨਿਰਦੇਸ਼ ਸਿਧਾਂਤਾਂ ਦਾ ਜਿਹੜਾ ਉਹਦੇ 'ਚ ਵਰਣਨ ਇਹਦਾ ਕੀਤਾ ਗਿਆ। ਜੇ ਅਨੁਛੇਦ 43(1) ਅਤੇ 48(1) ਨੂੰ ਅਲੱਗ ਗਿਣਿਆ ਜਾਵੇ ਤਾਂ ਇਹਨਾਂ ਦੀ ਕੁੱਲ ਗਿਣਤੀ ਜਿਹੜੀ ਆ ਉਹ 18 ਹੁੰਦੀ ਹੈ। ਜੇ ਇਹਨੂੰ ਅਲੱਗ ਤੋਂ ਇਹਨਾਂ ਦੇ ਵਿੱਚ ਐਡ ਕਰੀਏ ਤਾਂ 18 ਗਿਣਤੀ ਹੋਏਗੀ, ਨਹੀਂ ਤੇ ਜਿਹੜਾ ਹੈ 16 ਗਿਣਤੀ ਮੰਨੀ ਜਾਂਦੀ ਹੈ। ਨੀਤੀ ਨਿਰਦੇਸ਼ ਸਿਧਾਂਤਾਂ ਕੋਲ ਕਿੰਨੇ ਅਨੁਛੇਦ ਨੇ? 16 ਅਨੁਛੇਦ। ਇਹਨਾਂ ਦਾ ਜ਼ਿਕਰ ਕਿੱਥੇ ਹੈ ਜੀ? ਅਨੁਛੇਦ 36 ਤੋਂ ਲੈ ਕੇ 51 ਤੱਕ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ ਆਪਣਾ 39ਵੀਂ ਸੰਵਿਧਾਨਕ ਸੋਧ ਨੂੰ ਕਿਹੜੀ ਸੋਧ ਰਾਹੀਂ ਰੱਦ ਕੀਤਾ ਗਿਆ? ਪਹਿਲਾਂ 39ਵੀਂ ਸੰਵਿਧਾਨਕ ਸੋਧ ਕੀਤੀ ਗਈ, ਫਿਰ ਇੱਕ ਹੋਰ ਜਿਹੜੀ ਹੈ ਸੋਧ ਕਰਕੇ ਇਸ ਨੂੰ ਰੱਦ ਕੀਤਾ ਗਿਆ। ਤਾਂ ਇਹ ਕਿਹੜੀ ਸੀਗੀ ਜੀ? ਤਾਂ ਇਹਦਾ ਰਾਈਟ ਆਨਸਰ ਹੈਗਾ ਜੀ 44ਵੀਂ ਸੋਧ। 44th ਅਮੈਂਡਮੈਂਟ ਜਿਹੜੀ ਕੀਤੀ ਗਈ ਉਹਦੇ ਦੁਆਰਾ ਜਿਹੜਾ 39th ਅਮੈਂਡਮੈਂਟ ਕੀਤੀ ਗਈ ਸੀ ਉਸ ਨੂੰ ਰੱਦ ਕੀਤਾ ਗਿਆ। ਠੀਕ ਹੈ, ਕੀ ਕਾਹਦੇ ਨਾਲ ਰਿਲੇਟਡ ਸੀਗੀ ਜੀ? 39ਵੀਂ ਸੋਧ ਜਿਹੜੀ ਕੀਤੀ ਗਈ ਸੀਗੀ ਇਹ ਕੀਤੀ ਗਈ ਸੀਗੀ 1975 ਦੇ ਵਿੱਚ। ਇਹਦੇ 'ਚ ਜ਼ਿਕਰ ਸੀਗਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਦੇ ਸਬੰਧ ਦੇ ਵਿੱਚ ਜਿਹੜਾ ਹੈ ਨਿਰਵਾਚਨ ਉਹਨਾਂ ਦਾ ਹੁੰਦਾ ਹੈ, ਉਹਨਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣ ਦਾ ਸੰਬੰਧ ਸੀ, ਚੁਣੌਤੀ ਨਾ ਦੇਣ ਸੰਬੰਧੀ ਸੀ ਵੀ ਜਿਹੜਾ ਇਹਨਾਂ ਨੂੰ ਕਿਤੇ ਵੀ ਜਿਹੜੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਠੀਕ ਹੈ, ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਕਿਹਨਾਂ ਨੂੰ? ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ, ਉਹਨਾਂ ਦੇ ਸੰਬੰਧੀ ਜਿਹੜੇ ਨਿਰਵਾਚਨ ਜਿਹੜੇ ਸੀਗੇ, ਉਹਨਾਂ ਦੇ ਚੋਣ ਦੇ ਸੰਬੰਧੀ ਜਿਹੜੇ ਗੱਲਾਂ ਸੀਗੀਆਂ, ਉਹਨਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸੀ। ਇਹ ਸੋਧ ਕੀਤੀ ਗਈ ਸੀ 39ਵੀਂ ਸੰਵਿਧਾਨ ਦੇ ਵਿੱਚ, ਸੰਵਿਧਾਨਿਕ ਸੋਧ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਹੈ 44ਵੀਂ ਸੋਧ ਕਰਕੇ, 44ਵੀਂ ਸੋਧ ਕਦੋਂ ਕੀਤੀ ਗਈ? 1978 ਦੇ ਵਿੱਚ ਕੀਤੀ ਗਈ, ਕਰਕੇ ਇਸ ਨੂੰ ਜਿਹੜਾ ਹੈ ਉਦੋਂ ਰੱਦ ਕਰ ਦਿੱਤਾ ਗਿਆ ਅਤੇ ਇਹ ਕਾਨੂੰਨ ਬਣਾਇਆ ਗਿਆ ਕਿ ਇਸ ਸੋਧ ਦੇ ਅਨੁਸਾਰ ਜਿਹੜਾ ਹੈ ਉਹ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਸਪੀਕਰ ਜਿਹੜਾ ਲੋਕ ਸਭਾ ਦਾ, ਉਹਨਾਂ ਦੇ ਨਿਰਵਾਚਨ ਸੰਬੰਧੀ ਜਿਹੜੀ ਹੈ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਯਾਨੀ ਕਿ ਫਿਲਹਾਲ ਆਪਾਂ ਕੀ ਕਰ ਸਕਦੇ ਹਾਂ? ਚੁਣੌਤੀ ਅਦਾਲਤ ਦੇ ਵਿੱਚ ਦੇ ਸਕਦੇ ਹਾਂ। ਠੀਕ ਹੈ ਜੀ, ਤਾਂ ਇਹ ਅਮੈਂਡਮੈਂਟ ਕਰਕੇ 39ਵੀਂ ਅਮੈਂਡਮੈਂਟ ਨੂੰ ਰੱਦ ਕਰ ਦਿੱਤਾ ਗਿਆ। ਨੈਕਸਟ ਕੁਐਸਚਨ ਹੈ ਜੀ ਆਪਣਾ ਕਿਤਾਬਾਂ ਅਤੇ ਸਮਾਨ 'ਚ ਮਿਲਾਵਟ ਵਿਸ਼ੇ ਕਿਹੜੀ ਸੂਚੀ ਵਿੱਚ ਆਉਂਦੇ ਹਨ? ਕਿਤਾਬਾਂ ਅਤੇ ਸਮਾਨ ਦੇ ਵਿੱਚ ਅਗਰ ਕੋਈ ਮਿਲਾਵਟ ਕਰਦਾ ਹੈ ਤੇ ਇਹ ਵਿਸ਼ੇ ਜਿਹੜੇ ਹੈ ਕਿਹੜੀ ਸੂਚੀ ਦੇ ਵਿੱਚ ਆਉਂਦੇ ਹਨ? ਤਾਂ ਆਪਾਂ ਸਾਰੀਆਂ ਸੂਚੀਆਂ ਜਿਹੜੀਆਂ ਨੇ ਆਪਣੇ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਪੜ੍ਹਾ ਚੁੱਕੇ ਹਾਂ ਕਿਹੜੀ 'ਚ ਕੀ ਹੈ। ਤਾਂ ਇਸ ਦਾ ਜਿਹੜਾ ਆਨਸਰ ਹੋਏਗਾ ਉਹ ਕੀ ਹੋਏਗਾ? ਹੋਏਗਾ ਸਮਵਰਤੀ ਸੂਚੀ। ਸਮਵਰਤੀ ਸੂਚੀ 'ਚ ਆਉਂਦੇ ਨੇ ਜੀ ਮਿਲਾਵਟ ਦੇ ਵਿਸ਼ੇ। ਇਸ ਤੋਂ ਇਲਾਵਾ ਜੇ ਸੂਚੀਆਂ ਦੇ ਵਿਸ਼ਿਆਂ ਦੇ ਵਿੱਚ ਕੁਝ ਅਦਲ ਬਦਲ ਕਰਨਾ ਹੈ, ਕੁਝ ਬਦਲਾਅ ਕਰਨਾ ਹੈ, ਉਸ ਦਾ ਅਧਿਕਾਰ ਕਿਹਦੇ ਕੋਲ ਹੁੰਦਾ ਹੈ ਜੀ? ਉਹ ਸੰਸਦ ਕੋਲ ਉਸ ਦਾ ਅਧਿਕਾਰ ਹੁੰਦਾ ਹੈ ਅਗਰ ਕੁਝ ਚੇਂਜਸ ਕਰਨੀਆਂ ਤਾਂ। ਤੇ ਜਿਹੜਾ ਆਪਾਂ ਪੜ੍ਹਦੇ ਹਾਂ ਪੇਟੈਂਟ ਤੇ ਕਾਪੀਰਾਈਟ ਦਾ ਜਿਹੜਾ ਇਸ਼ੂ ਹੁੰਦਾ ਹੈ, ਪੇਟੈਂਟ ਤੇ ਕਾਪੀਰਾਈਟ ਦੇ ਜਿਹੜੇ ਵਿਸ਼ੇ ਹੁੰਦੇ ਨੇ ਉਹ ਸੰਘ ਸੂਚੀ 'ਚ ਆਉਂਦੇ ਨੇ। ਸੰਘ ਸੂਚੀ ਜਿਹੜੇ ਵਿਸ਼ੇ ਪੇਟੈਂਟ ਅਤੇ ਕਾਪੀਰਾਈਟ, ਇਹ ਇਸ਼ੂ ਕਾਹਦੇ 'ਚ ਆਉਂਦੇ ਨੇ ਜੀ? ਇਸ ਸੰਘ ਸੂਚੀ ਦੇ ਵਿੱਚ ਕਾਊਂਟ ਹੁੰਦੇ ਨੇ। ਨੈਕਸਟ ਕੁਐਸਚਨ ਹੈ ਆਪਣਾ ਟਾਈਡਲ ਬੋਰਡ ਦਾ ਨਿਰਮਾਣ ਕਿਹੜੀ ਨਦੀ ਵਿੱਚ ਹੁੰਦਾ ਹੈ? ਟਾਈਡਲ ਬੋਰਡ ਦਾ ਨਿਰਮਾਣ ਕਿਹੜੀ ਨਦੀ ਵਿੱਚ ਹੁੰਦਾ ਹੈ? ਤਾਂ ਆਪਸ਼ਨ ਤੁਹਾਡਾ ਕਿਹੜਾ ਹੋਏਗਾ? ਆਨਸਰ ਹੁੰਦਾ ਜੀ ਹੁਗਲੀ ਨਦੀ। ਹੁਗਲੀ ਨਦੀ ਜਿਹੜੇ ਟਾਈਡਲ ਬੋਰਡ ਦਾ ਨਿਰਮਾਣ ਹੁੰਦਾ। ਟਾਈਡਲ ਬੋਰਡ ਹੁੰਦਾ ਕੀ ਹੈ ਜੀ? ਜਦੋਂ ਕਹਿੰਦਾ ਜਵਾਰੀ ਲਹਿਰਾਂ ਆਉਂਦੀਆਂ ਨਾ, ਜਵਾਰੀ ਲਹਿਰਾਂ ਕਿਸੇ ਖਾੜੀ ਜਾਂ ਸਾਗਰ 'ਚ ਡਿੱਗਦੀਆਂ ਨੇ ਤਾਂ ਉਹ ਇੱਕ ਦੀਵਾਰ ਵਾਂਗ ਜਿਹੜਾ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਉਸ ਦੀਵਾਰ ਵਾਂਗੂ ਨਜ਼ਰ ਆਉਂਦੀ ਹੈ ਉਸ ਨੂੰ ਆਪਾਂ ਟਾਈਡਲ ਬੋਰ ਬੋਲਦੇ ਹਾਂ। ਠੀਕ ਹੈ, ਜਾਂ ਫਿਰ ਉਹਨੂੰ ਜਵਾਰ ਭਿੱਤੀ ਵੀ ਬੋਲਿਆ ਜਾਂਦਾ ਹੈ। ਟਾਈਡਲ ਬੋਰ ਜਾਂ ਫਿਰ ਜਵਾਰ ਭਿੱਤੀ ਵੀ ਬੋਲਿਆ ਜਾਂਦਾ ਹੈ। ਠੀਕ ਹੈ, ਨੈਕਸਟ ਹੈ ਜੀ ਆਪਣਾ ਇੱਧਰ ਕੁਝ ਸਥਾਨ ਦਿੱਤੇ ਗਏ ਨੇ ਆਪਾਂ ਨੂੰ। ਸਥਾਨਕ ਹਵਾ ਨੇ, ਇੱਕ ਵੀ ਨੇ ਹਵਾਵਾਂ, ਇਹ ਹਵਾਵਾਂ ਨੇ ਜੀ। ਇੱਧਰ ਖੇਤਰ ਦਿੱਤੇ ਹੋਏ ਨੇ ਆਪਾਂ ਨੂੰ ਕਿ ਕਿਹੜੇ ਖੇਤਰ 'ਚ ਚੱਲਦੀਆਂ ਨੇ। ਤਾਂ ਜੌਂਡਾ ਪਹਿਲੀ ਹਵਾ ਹੈਗੀ ਹੈ ਜੌਂਡਾ ਹਵਾ ਕਿੱਥੇ ਚੱਲਦੀ ਜੀ? ਕਿਹੜੀ ਹਵਾ ਹੈ? ਇਹ ਅਰਜਨਟੀਨਾ ਦੀ ਗਰਮ ਹਵਾ ਹੁੰਦੀ ਹੈ। ਅਰਜਨਟੀਨਾ ਦੀਆਂ ਜਿਹੜੇ ਗਰਮ ਹਵਾਵਾਂ ਨੇ ਉਹਨੂੰ ਕੀ ਬੋਲਿਆ ਜਾਂਦਾ ਹੈ? ਜੌਂਡਾ ਬੋਲਿਆ ਜਾਂਦਾ ਹੈ।
ਨੈਕਸਟ ਹੈ ਜੀ ਆਪਣਾ ਸੁਰਾਜ਼ੋ। ਸੁਰਾਜ਼ੋ ਕੀ ਨੇ? ਇਹ ਬ੍ਰਾਜ਼ੀਲ ਦੀਆਂ ਠੰਡੀਆਂ ਹਵਾਵਾਂ ਨੇ। ਬ੍ਰਾਜ਼ੀਲ ਦੀਆਂ ਠੰਡੀਆਂ ਹਵਾਵਾਂ ਨੂੰ ਕੀ ਬੋਲਿਆ ਜਾਂਦਾ ਹੈ? ਸੁਰਾਜ਼ੋ ਬੋਲਿਆ ਜਾਂਦਾ ਹੈ। ਫਿਰ ਆਉਂਦਾ ਸਿਸਟਨ। ਸਿਸਟਨ ਕੀ ਹੈ? ਇਹ ਪੂਰਬੀ ਈਰਾਨ ਦੀਆਂ ਗਰਮ ਹਵਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਸਿਸਟਨ ਬੋਲਿਆ ਜਾਂਦਾ ਹੈ। ਨੈਕਸਟ ਹੈ ਜੀ ਬਲੈਕ ਰੋਲਰ। ਬਲੈਕ ਰੋਲਰ ਕੀ ਹੈ? ਇਹ ਉੱਤਰੀ ਅਮਰੀਕਾ ਦੀਆਂ ਗਰਮ ਹਵਾਵਾਂ ਨੇ। ਠੀਕ ਹੈ ਜੀ। ਸੋ ਇਹਨਾਂ ਦੀ ਮੈਚਿੰਗ ਡਾਇਰੈਕਟ ਹੈਗੀ ਆਪਣੀ। ਇਹ ਯਾਦ ਰੱਖਣੇ ਹਵਾਵਾਂ, ਕਿਉਂਕਿ ਕਾਫੀ ਵਾਰੀ ਜਿਹੜੇ ਹੈ ਕੁਐਸਚਨ 'ਚ ਪੁੱਛੇ ਜਾਂਦੇ ਨੇ ਇਹ ਕਿੱਧਰੋਂ ਚੱਲਦੀਆਂ ਨੇ, ਗਰਮ ਨੇ ਜਾਂ ਠੰਡੀਆਂ ਨੇ। ਤਾਂ ਹੋਰ ਵੀ ਆਪਾਂ ਜਿਹੜਾ ਮੈਪ ਦੀ ਮਦਦ ਨਾਲ ਜਿਹੜੇ ਨੇ ਗਰਮ ਅਤੇ ਠੰਡੇ ਖੇਤਰ ਜਿਹੜੇ ਨੇ ਉਹ ਆਪਾਂ ਮੈਪ ਦੀ ਮਦਦ ਨਾਲ ਪੜਾਂਗੇ। ਇੱਕ ਵੀਡੀਓ ਉਸ ਤੇ ਵੀ ਬਣਾਵਾਂਗੇ ਆਪਾਂ। ਨੈਕਸਟ ਕੁਐਸਚਨ ਹੈ ਜੀ ਆਪਣਾ ਪਛੂਆ ਹਵਾ। ਹਵਾ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦੀ ਹੈ? ਜਿਹੜੀ ਪਛੂਆ ਹਵਾ ਨੇ, ਹਵਾਵਾਂ ਦੀਆਂ ਵੀ ਕਈ ਸ਼੍ਰੇਣੀਆਂ ਨੇ, ਤਾਂ ਜਿਹੜੇ ਪਛੂਆ ਹਵਾਵਾਂ ਨੇ ਉਹ ਕਿਹੜੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ? ਠੀਕ ਹੈ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਕੀ ਹੋਏਗਾ ਜੀ? ਰਾਈਟ ਆਨਸਰ ਹੈ ਸਥਾਈ ਹਵਾ। ਸਥਾਈ ਹਵਾ ਦੇ ਵਿੱਚ ਜਿਹੜੀਆਂ ਇਹ ਆਉਂਦੀਆਂ। ਠੀਕ ਹੈ। ਜੇ ਆਪਾਂ ਗੱਲ ਕਰੀਏ ਕਿ ਵਪਾਰਕ ਪੌਣਾ ਹੋ ਗਈਆਂ ਜਾਂ ਫਿਰ ਡੋਲਡਰਮ ਪੌਣਾ ਜਿਹੜੀਆਂ ਹੋ ਗਈਆਂ, ਇਸ ਤੋਂ ਇਲਾਵਾ ਜਿਹੜੇ ਪਛੂਆ ਪੌਣਾ ਦੀ ਆਪਾਂ ਗੱਲ ਕਰ ਰਹੇ ਹਾਂ, ਪਛੂਆ ਪੌਣਾ ਹੋ ਗਈਆਂ, ਇਹ ਸਾਰੇ ਜਿਹੜੇ ਨੇ ਇਹ ਸਥਾਈ ਹਵਾ ਦੀ ਸ਼੍ਰੇਣੀ ਦੇ ਵਿੱਚ ਆਉਂਦੀਆਂ ਨੇ। ਵਪਾਰਕ ਪੌਣਾ, ਡੋਲਡਰਮ ਪੌਣਾ ਅਤੇ ਪਛੂਆ ਹਵਾ ਜਿਹੜੇ ਚੱਲਦੇ ਨੇ ਪੌਣਾ, ਇਹ ਵੀ ਜਿਹੜੇ ਸਥਾਈ ਹਵਾ ਦੇ ਵਿੱਚ ਆਉਂਦੀਆਂ ਨੇ। ਠੀਕ ਹੈ। ਪਛੂਆ ਪੌਣਾ ਜਿਹੜੀਆਂ ਚੱਲਦੀਆਂ ਨੇ, ਪਛੂਆ ਹਵਾ ਜਿਹੜੀ ਚੱਲਦੀ ਹੈ ਉਸ ਦਾ ਜਿਹੜਾ ਸਭ ਤੋਂ ਵੱਧ ਵਿਕਾਸ ਹੁੰਦਾ, ਸਭ ਤੋਂ ਤੇਜ਼ ਬਣਦੀਆਂ ਨੇ, ਉਹ ਬਣਦੇ ਨੇ 40 ਡਿਗਰੀ ਤੋਂ ਲੈ ਕੇ 60 ਡਿਗਰੀ ਦੱਖਣੀ ਅਕਸ਼ਾਂਸ਼ਾਂ ਦੇ ਵਿੱਚ। ਦੱਖਣੀ ਅਕਸ਼ਾਂਸ਼ਾਂ ਦੇ ਵਿੱਚ ਜਿਹੜੀਆਂ ਇਹ ਬਣਦੀਆਂ ਨੇ 40 ਤੋਂ 60 ਡਿਗਰੀ ਦੇ ਵਿਚਕਾਰ। ਇਸ ਤੋਂ ਇਲਾਵਾ ਤੁਸੀਂ ਪੜ੍ਹਿਆ ਹੋਣਗੀਆਂ ਹਵਾਵਾਂ ਇਹ ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ ਗਰਜ ਦਾ ਚਾਲੀਸਾ। ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਹੈ ਗਰਜ ਦਾ ਚਾਲੀਸਾ। ਇਸ ਤੋਂ ਇਲਾਵਾ ਪ੍ਰਚੰਡ ਚਾਲੀਸਾ, ਲੰਬ ਚਾਲੀਸਾ, ਚੀਖ ਦਾ ਸਾਠਾ ਤੇ ਇਹ ਸਾਰੀਆਂ ਜਿਹੜੀਆਂ ਨੇ ਇਹ ਵੀ ਪਛੂਆ ਪੌਣਾ ਦੇ ਵਿੱਚ ਹੀ ਗਿਣੇ ਜਾਂਦੇ ਨੇ। ਗਰਜ ਦਾ ਚਾਲੀਸਾ, ਪ੍ਰਚੰਡ ਚਾਲੀਸਾ, ਲੰਬ ਚਾਲੀਸਾ ਅਤੇ ਚੀਖ ਦਾ ਸਾਠਾ, ਇਹ ਸਾਰੇ ਕੀ ਨੇ? ਪਛੂਆ ਪੌਣਾ ਦੇ ਵਿੱਚ ਹੀ ਜਿਹੜੀਆਂ ਕਾਊਂਟ ਹੁੰਦੀਆਂ ਨੇ। ਪਛੂਆ ਪੌਣਾ ਨੂੰ ਜਿਹੜਾ ਹੈ ਵੈਸਟਰਲੀਜ਼ ਵੀ ਬੋਲਿਆ ਜਾਂਦਾ ਹੈ। ਵੈਸਟਰਲੀਜ਼ ਵੀ ਬੋਲਿਆ ਜਾਂਦਾ ਹੈ, ਪਛੂਆ ਪੌਣਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਕਿਉਂਕਿ ਕਾਰਨ ਕੀ ਹੈ ਪਛੂਆ ਪੌਣਾ ਕਹਿਣ ਦਾ ਇਹਨਾਂ ਨੂੰ? ਕਿ ਹਮੇਸ਼ਾ ਜਿਹੜੀਆਂ ਇਹ ਪੱਛਮ ਦਿਸ਼ਾ ਤੋਂ ਵਗਦੀਆਂ ਨੇ ਅਤੇ ਮੌਸਮ ਦਾ ਬਦਲਾਅ ਜਿਹੜਾ ਹੁੰਦਾ ਹੈ ਨਾ ਉਹ ਵਿਸ਼ੇਸ਼ ਕਰਕੇ ਪਛੂਆ ਪੌਣਾ ਦੇ ਕਰਕੇ ਜਿਹੜਾ ਹੁੰਦਾ ਹੈ। ਠੀਕ ਹੈ। ਤਾਂ ਪਛੂਆ ਪੌਣਾ ਜਿਹੜੀਆਂ ਨੇ ਉਹ ਕਿਹੜੀ ਸ਼੍ਰੇਣੀ 'ਚ ਆਉਂਦੀਆਂ ਨੇ? ਉਹ ਸਥਾਈ ਹਵਾ ਦੀ ਸ਼੍ਰੇਣੀ 'ਚ ਆਉਂਦੀਆਂ ਨੇ। ਇਸ ਤੋਂ ਇਲਾਵਾ ਹੋਰ ਕਿਹੜੀਆਂ ਪਛੂਆ ਹਵਾਵਾਂ ਨੇ? ਵਪਾਰਕ ਪੌਣਾ ਹੋ ਗਿਆ, ਡੋਲਡਰਮ ਹੋ ਗਿਆ, ਗਰਜ ਦਾ ਚਾਲੀਸਾ, ਪ੍ਰਚੰਡ ਚਾਲੀਸਾ, ਲੰਬ ਚਾਲੀਸਾ, ਚੀਖ ਦਾ ਸਾਠਾ, ਇਹ ਸਾਰੇ ਜਿਹੜੇ ਨਾਮ ਨੇ ਇਹ ਐਗਜ਼ਾਮਸ ਦੇ ਵਿੱਚ ਆ ਚੁੱਕੇ ਨੇ। ਇਵਨ ਇਹ UPSC PCS ਦੇ ਐਗਜ਼ਾਮਸ ਦੇ ਵਿੱਚ ਜਿਹੜਾ ਇਹ ਕੁਐਸਚਨ ਪੁੱਛੇ ਜਾ ਚੁੱਕੇ ਨੇ। ਠੀਕ ਹੈ। ਨੈਕਸਟ ਕੁਐਸਚਨ ਹੈ ਜੀ ਆਪਣਾ ਹਾਰਸ ਲੈਟੀਟਿਊਡ ਕਿਹੜੀ ਵਾਯੂ ਦਾ ਪੇਟੀ ਨੂੰ ਕਿਹਾ ਜਾਂਦਾ ਹੈ? ਹਾਰਸ ਲੈਟੀਟਿਊਡ ਕਿਹੜੀ ਵਾਯੂ ਦਾ ਪੇਟੀ ਨੂੰ ਕਿਹਾ ਜਾਂਦਾ ਹੈ? ਤਾਂ ਆਪਣਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਕਿਹੜਾ ਹੋਏਗਾ ਜੀ? ਇਹ ਬੋਲਿਆ ਜਾਂਦਾ ਹੈ ਉਪ ਉਸ਼ਣ ਉੱਚ ਵਾਯੂ ਦਾ ਪੇਟੀ। ਉਪ ਉਸ਼ਣ ਉੱਚ ਵਾਯੂ ਦਾ ਪੇਟੀ ਨੂੰ ਜਿਹੜਾ ਹੈ ਹਾਰਸ ਲੈਟੀਟਿਊਡ ਕਿਹਾ ਜਾਂਦਾ ਹੈ। ਠੀਕ ਹੈ। ਜੇ ਆਪਾਂ ਧਰਤੀ ਦੀ ਗੱਲ ਕਰੀਏ ਤਾਂ ਧਰਤੀ ਤੇ ਆਪਣੇ ਭੂਮੱਧ ਰੇਖਾ ਜਿਹੜੀ ਕਿ 0 ਡਿਗਰੀ ਤੇ ਹੈ। ਉਸ ਤੋਂ ਬਾਅਦ ਜਿਹੜਾ ਹੈ 30 ਡਿਗਰੀ, ਉਸ ਤੋਂ ਬਾਅਦ ਆਪਾਂ ਲੈਂਦੇ ਹਾਂ 35 ਡਿਗਰੀ। 30 ਡਿਗਰੀ ਅਤੇ 35 ਡਿਗਰੀ, ਇਹਦੇ ਵਿਚਕਾਰ ਜਿਹੜਾ ਏਰੀਆ ਹੁੰਦਾ ਆ ਵਾਲਾ ਦੋਨਾਂ ਸਾਈਡ ਤੇ, ਇਹਨਾਂ ਨੂੰ ਬੋਲਦੇ ਆਪਾਂ ਹਾਰਸ ਲੈਟੀਟਿਊਡ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ 30 ਤੋਂ 35 ਡਿਗਰੀ ਦੇ ਵਿਚਕਾਰ ਦੇ ਏਰੀਆ ਨੂੰ ਜਿਹੜਾ ਹੈ ਕੀ ਬੋਲਿਆ ਜਾਂਦਾ ਹੈ?
हॉर्स लैटीट्यूड बोले। ठीक है जी। कुल जिहड़े ने टोटल जिहड़ियां ने वायुदाब पेटियां वो 7 वायुदाब पेटियां ने। ठीक है, ग्लोब के उपर। तो आप ये एक अलग तो वीडियो बनावांगे, तुहानूं सारियां पेटियां वायुदाब पेटियां बारे दस्सिया जाएगा कि किहड़े-किहड़े एरिया च कितना प्रैशर जिहड़ा है बनता है, एटमोसफेरिक प्रैशर और बेस ते जिहड़ा एरिया डिवाइड किए गए हैं, किन्नी डिग्री तो किन्नी डिग्री नूं जिहड़ा है उपोष्ण बोलिया जाता है, किहड़ा उष्ण एरिया हुंदा है, उष्णखंडी किहड़ा एरिया है, वो सारा जिहड़ा उस डिटेल च आपां उस वीडियो दे विच करांगे। फिलहाल तुसीं इन्ना याद रखना कि ये हॉर्स लैटीट्यूड इस एरिया में जिहड़ा वो बोलिया जाता है। ठीक है जी। नैक्सट क्वेश्चन है जी अपना, भाखड़ा नंगल ਅਤੇ ਹੀਰਾकुंड बहुउद्देशी परियोजना की शुरुआत ਕਿਹੜੀ 5 ਸਾਲਾ योजना दौरान की गई? भाखड़ा नंगल ਅਤੇ ਹੀਰਾकुंड बहुउद्देशी जी परियोजना चलाई गई, उसकी शुरुआत ਕਿਹੜੀ 5 ਸਾਲਾ योजना के तहत की गई? तो इसका जो राइट आंसर होएगा वो किहड़ा है जी? राइट आंसर की होगा पहली जी फस्ट 5 ਸਾਲਾ योजना जी सी उसके तहत जो भाखड़ा नंगल तो हीराकुंड उद्देशी बहुउद्देशी परियोजना जो चलाई गई। ठीक है जी। इस तो इलावा जो है इस तो इलावा आप पढ़ रहे थे कि दमोदर घाटी जी योजना है, दमोदर घाटी योजना, ਇਹਦਾ भी जो शुरुआत की गई वो फस्ट 5 ਸਾਲਾ योजना जी उसके तहत की गई। इस तो इलावा राष्ट्रीय प्रसार भारती, राष्ट्रीय प्रसार भारती इसकी शुरुआत भी जी है वो पहली 5 ਸਾਲਾ योजना के तहत की गई। इस तो इलावा जो IIT संस्थावां खोलियां गई ने, ਜਿਹੜੀਆਂ IIT संस्थावां खोलियां गई ने, इंडियन इंस्टीट्यूट ऑफ टेक्नोलॉजीज, इन्हां की शुरुआत भी जी है वो फस्ट 5 ਸਾਲਾ योजना के तहत की गई। इस तो इलावा जी UGC है, UGC है जी यूनिवर्सिटीज़ वास्ते यूनिवर्सिटी ग्रांट कमीशन जी है, इसकी शुरुआत भी कदों की गई, इसका गठन जोड़ा किया गया सीगा वो फस्ट 5 ਸਾਲਾ योजना के तहत किया गया सीगा। तो अलग अलग आप 4-5 चीज़ें तुहानूं काउंट कराइयां ने, एग्जाम दे विच कोई भी चीज़ पूछ सकता है। दमोदर घाटी योजना होगी, राष्ट्रीय प्रसार भारती हो गया, IITs की शुरुआत होगी, UGC की गठन हो गया, या फिर भाखड़ा नंगल हीराकुंड बहुउद्देशी योजना, इन्हां सारियां दा जिहड़ा शुरुआत कदों हुई? फस्ट पहली 5 ਸਾਲਾ योजना के तहत इन्होंने शुरुआत की गई। नैक्सट क्वेश्चन है जी अपना, नीति आयोग ने गरीबी रेखा का आधार किस नूं मन्निया है? नीति आयोग के तहत जो है गरीबी रेखा उसका आधार जोड़ा है वो किस नूं मन के चले ने? तो यदा आंसर जोड़ा अपना होएगा कि भारत के विच नीति आयोग गरीबी रेखा आधार किस नूं मन के चलता है? वो मानते जी कैलोरी ऊर्जा, कैलोरी ऊर्जा, कैलोरी ऊर्जा मन्निया जाता है आधार गरीबी रेखा का। ठीक है। भारत के विच जिहड़ी है गरीबी रेखा नूं निर्धारित करने के 2 तरीके अपनाए गए हैं। 2 तरीकों के विचों पहला जिहड़ा तरीका है वो है न्यूनतम, न्यूनतम कैलोरी उपभोग, न्यूनतम कैलोरी उपभोग। दूजा जिहड़ा है वो है प्रति व्यक्ति, प्रति व्यक्ति प्रति महीना उपभोग खर्च, उपभोग खर्च। इन्हां 2 तरीके नाल जिहड़ा है नीति आयोग गरीबी रेखा जिहड़ा आधारित करता है। पहला न्यूनतम कैलोरी उपभोग, ठीक है जी, दूजा प्रति व्यक्ति प्रति महीना उपभोग खर्च के। इन्हां आधारां नूं जिहड़ा है बनाउण दे लई जिहड़ा है अलग अलग कमेटियां बनाई गई ने। तो इन्हां कुछ कमेटियां भी तुसीं याद रखनी। एक कमेटी जिहड़ी है वो हैगी है DT लकड़वाला, DT लकड़वाला टास्क समूह, टास्क समूह। एक कमेटी है जिहड़ी कि नीति आयोग द्वारा बनाई गई है गरीबी रेखा का आधार निर्धारित करने के लिए, DT लकड़वाला टास्क समूह। ये बनाई गई सी 1999 ਦੇ ਵਿੱਚ। दूजी जिहड़ी है वो हैगी है YK अलग, YK अलग, YK अलग कमेटी जिहड़ी है बनाई गई सी। ये भी गरीबी रेखा निर्धारित करने के लिए कमेटी बनाई गई सी। तो 2 कमेटियां ने भारत दे विच जिहड़ियां गरीबी रेखा का आधार जिहड़े निर्धारित करदियां ने, अते 2 तरीके ने
ਜਿਸ ਨਾਲ ਆਧਾਰਿਤ ਕੀਤੇ ਜਾ ਸਕਦੇ ਨੇ। ਪਹਿਲਾ ਨਿਊਨਤਮ ਕੈਲੋਰੀ ਉਪਭੋਗ ਅਤੇ ਦੂਜਾ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਉਪਭੋਗ ਖਰਚ। ਤੇ ਜੇ ਬੇਸਿਕ ਇੱਕ ਲਾਈਨ ਦੇ ਵਿੱਚ ਆਨਸਰ ਦੇਣਾ ਹੋਵੇ ਆਪਾਂ ਨੇ ਤਾਂ ਇਹ ਹੈਗਾ ਕੈਲੋਰੀ ਊਰਜਾ ਦੇ ਆਧਾਰ ਤੇ ਜਿਹੜਾ ਹੈ ਉਹ ਨੀਤੀ ਆਯੋਗ ਜਿਹੜੀ ਹੈ ਗਰੀਬੀ ਰੇਖਾ ਆਧਾਰ ਕਰਦੀ ਹੈ, ਤੈਅ ਕਰਦੀ ਹੈ। ਠੀਕ ਹੈ, ਸੋ ਇਹ ਸੀਗੇ ਆਪਣੇ ਅੱਜ ਦੇ 14 ਇੰਪੋਰਟੈਂਟ ਕੁਐਸਚਨਸ। ਉਮੀਦ ਕਰਦਾ ਤੁਹਾਨੂੰ ਇਹ ਸਾਰੇ ਪਸੰਦ ਆਏ ਹੋਣਗੇ। ਠੀਕ ਹੈ ਜੀ, ਤਾਂ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨਾਂ ਦੇ ਨਾਲ। ਸੋ ਤਦ ਤੱਕ ਤੁਸੀਂ ਕੀ ਕਰਨਾ ਜੀ, ਤੁਹਾਨੂੰ ਪਤਾ ਹੀ ਹੈ, ਇਸ ਵੀਡੀਓ ਨੂੰ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ, ਵੱਧ ਤੋਂ ਵੱਧ ਜਿਹੜਾ ਹੈ ਉਹ ਸਬਸਕ੍ਰਾਈਬ ਕਰੋ। ਦੇਖੋ ਆਪਣੇ ਕੋਲ 1000 ਤੋਂ ਉੱਪਰ ਸਟੂਡੈਂਟਸ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ, ਡੇਲੀ ਸਟੱਡੀ ਕਰਦੇ, ਲੇਕਿਨ ਜਦੋਂ ਵੀਡੀਓ ਦੇਖਣ ਦੀ ਗੱਲ ਕਰੀਏ ਤਾਂ ਲਾਈਕ ਕਰਨ ਦੀ ਗੱਲ ਕਰੀਏ ਤਾਂ 50-60 ਇੰਨੇ ਹੀ ਲਾਈਕ ਹੁੰਦੇ ਨੇ। ਤਾਂ ਤੁਸੀਂ ਜਿਹੜਾ ਹੈ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਇਆ ਕਰੋ, ਤਾਂ ਕਿ ਜਿਹੜਾ ਅਸੀਂ ਵੱਧ ਤੋਂ ਵੱਧ ਸਾਡੇ ਦੇ ਵਿੱਚ એનર્ਜੀ ਆਵੇ। ਉਸ એનર્ਜੀ ਨਾਲ ਹੀ ਤਾਂ ਜਿਹੜਾ ਅੱਗੇ ਵੀਡੀਓ ਬਣਨਗੇ ਜੀ, ਅਸੀਂ ਵੀ ਡਾਟਾ ਜਿਹੜਾ ਖੋਜਣ ਦੀ ਕੋਸ਼ਿਸ਼ ਕਰਾਂਗੇ, ਹੈ ਨਾ। ਸੋ ਇਸ ਲਈ ਤੁਸੀਂ ਕੀ ਕਰਨਾ ਹੈ, ਵੱਧ ਤੋਂ ਵੱਧ ਜਿਹੜਾ ਹੈ ਲਾਈਕ ਕਰੋ, ਸਬਸਕ੍ਰਾਈਬ ਕਰੋ, ਸਾਡਾ ਹੌਸਲਾ ਵਧਾਓ, ਤਾਂ ਕਿ ਤੁਹਾਡੇ ਲਈ ਜਿਹੜਾ ਵਧੀਆ ਤੋਂ ਵਧੀਆ ਡਾਟਾ ਲੱਭ ਕੇ ਲਿਆਂਦਾ ਜਾ ਸਕੇ। ਠੀਕ ਹੈ ਜੀ, ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ ਜੀ।